ਆਪ ਜੀ ਫਤਿਹ ਬੁਲਾਓ ਨਵੰਬਰ 1984 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਰੱਖਿਆ। ਮੈਂ ਇੱਥੋਂ ਹੀ ਇਤਿਹਾਸ ਸ਼ੁਰੂ ਕਰਾਂ ਤੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੁਝ ਸਾਲ ਦਾ ਰਾਜ ਦੇਖਿਆ। ਉਹ ਰਾਜ ਦੀ ਇੱਛਾ ਲਗਾਤਾਰ ਰੱਖਦੇ ਸਨ ਕਿਉਂਕਿ ਉਹਨਾਂ ਸਾਹਮਣੇ ਬੇਦੋਸ਼ੇ ਲੋਕਾਂ ਦੇ ਉੱਪਰ ਜ਼ੁਲਮ ਹੋ ਰਿਹਾ ਸੀ। ਸਮਰੱਥਾ ਦੇ ਮੁਤਾਬਕ ਤੇ ਉਹ ਰੋਕਦੇ ਸਨ ਕਿਉਂਕਿ ਖਾਲਸਾ ਸੋਏ ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਆਇਆ, ਤਕਰੀਬਨ 40-45 ਸਾਲ ਦੇ ਰਾਜ ਦੇ ਵਿੱਚ ਸਿੱਖਾਂ ਨੇ ਅਜਿਹਾ ਰਾਜ ਦਿੱਤਾ ਜੋ ਦੁਨੀਆ ਦੀ ਕੋਈ ਵੀ ਸਲਤਨਤ ਅਜੇ ਤੱਕ ਦੇ ਨਹੀਂ ਸਕੀ। ਮੈਂ ਚਾਹਾਂਗਾ ਕਿਉਂਕਿ ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਪਹੁੰਚਾਉਣ ਦਾ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ। ਮੈਂ ਜੇ ਸੰਗਤਾਂ ਨੇ ਦੇਖਿਆ ਹੋਵੇ ਕਮੈਂਟਰੀ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਦਿਵਸ ਦੇ ਉੱਪਰ, ਜਨਮ ਦਿਨ ਦੇ ਉੱਪਰ ਮੈਂ ਬੋਲ ਕੇ ਆਇਆ ਸੀ, ਇਹ ਮਿਸਲਾਂ ਹੀ ਸਨ ਜਿਨ੍ਹਾਂ ਨੇ ਖਾਲਸਾ ਰਾਜ ਪੈਦਾ ਕੀਤਾ ਹੈ ਤੇ ਦਿੱਲੀ ਤੇ ਵੀ ਰਾਜ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖ ਗੁਲਾਮ ਹੋਏ ਅੰਗਰੇਜ਼ਾਂ ਦੇ। ਅੰਗਰੇਜ਼ਾਂ ਨੇ 1947 ਦੇ ਵਿੱਚ 2 ਦੇਸ਼ ਵੰਡੇ। ਬਹੁਗਿਣਤੀ ਦੇ ਆਧਾਰ ਤੇ ਇੱਕ ਦੇ ਦਿੱਤਾ ਪਾਕਿਸਤਾਨ ਮੁਸਲਮਾਨਾਂ ਨੂੰ, ਇੱਕ ਭਾਰਤ ਦੇ ਦਿੱਤਾ, ਇਸ ਸ਼ਰਤ ਦੇ ਉੱਪਰ ਕਿ ਇਹ ਸੈਕੂਲਰ ਰਹੇਗਾ, ਕਿਸੇ ਇੱਕ ਧਰਮ ਦਾ ਨਹੀਂ ਹੋਵੇਗਾ। ਸਿੱਖਾਂ ਨੂੰ ਉਸ ਸਮੇਂ ਇਹ ਗੱਲ ਕਹੀ ਗਈ ਨਹਿਰੂ ਤੇ ਹੋਰ ਆਗੂਆਂ ਵੱਲੋਂ, ਜੀ ਤੁਸੀਂ ਕੋਈ ਰਾਜ ਨਾ ਮੰਗੋ, ਤੁਸੀਂ ਸਾਡੇ ਭਰਾ ਹੋ, ਅਸੀਂ ਤੁਹਾਨੂੰ ਅਜਿਹਾ ਖਿੱਤਾ ਦਿਆਂਗੇ, ਅਜਿਹਾ ਖੇਤਰ ਦਿਆਂਗੇ ਜਿੱਥੇ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋਗੇ। ਅਸੀਂ ਤੁਹਾਨੂੰ ਆਪਣੇ ਭਰਾਵਾਂ ਤੋਂ ਵੱਧ ਕੇ ਰੱਖਾਂਗੇ, ਤੁਸੀਂ ਜੋ ਕੁਝ ਆਜ਼ਾਦੀ ਲਈ ਕੀਤਾ ਹੈ। ਇਹ ਜਿਹੜੇ ਮੈਂ ਸ਼ਬਦ ਕਹਿ ਰਿਹਾ ਨਾ, ਰਿਟਨ ਦੇ ਵਿੱਚ ਨੇ ਸਿੱਖ ਇਤਿਹਾਸ ਦੇ ਵਿੱਚ। ਜੇ ਕੋਈ ਵੀ ਕਿਸੇ ਨੂੰ ਸ਼ੱਕ ਹੋਵੇ, ਸਾਚੀ ਸਾਖੀ ਜਿਹੜੀ ਹੈ ਉਹ ਤੁਸੀਂ ਪੜ੍ਹ ਸਕਦੇ ਆ। ਇਹ ਰਾਜ ਆਇਆ ਤੇ ਹੌਲੀ ਹੌਲੀ ਰਾਜ ਕਰਦੀਆਂ ਧਿਰਾਂ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਉੱਭਰ ਕੇ ਆਇਆ ਸਿੱਖਾਂ ਦਾ, ਕਿਉਂਕਿ ਸਿੱਖਾਂ ਨੂੰ ਆਪਣੇ ਇਤਿਹਾਸ ਤੇ ਮਾਣ ਸੀ ਤੇ ਉਹ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਭਾਈ ਹਿੰਦੁਸਤਾਨ ਦੀਆਂ ਬੱਚੀਆਂ ਨੂੰ ਗਜ਼ਨੀ ਦੇ ਬਾਜ਼ਾਰਾਂ ਚੋਂ ਬਚਾ ਕੇ ਲਿਆਏ, ਸਾਡਾ ਇਤਿਹਾਸ ਵੱਡਾ ਹੈ ਭਾਈ, ਅਸੀਂ ਤੁਹਾਡੀਆਂ ਬਾਹਾਂ ਬਣ ਕੇ ਤੁਹਾਡੀ ਰੱਖਿਆ ਕੀਤੀ, ਅਸੀਂ ਮਹਾਨ ਆ। ਸਾਡੇ ਗੁਰੂ ਨੇ ਸਾਨੂੰ ਤਾਕਤ ਦਿੱਤੀ, ਅਸੀਂ ਮੁਗਲਿਆ ਹਕੂਮਤ ਨੂੰ ਪਰਾਂ ਤੱਕ ਦਿੱਤਾ, ਅਫਗਾਨਿਸਤਾਨ ਤੱਕ। ਇਹ ਗੱਲ ਰਾਜ ਕਰਦੀ ਸੱਤਾ ਜਰ ਨਹੀਂ ਸਕਦੀ ਕਿ ਸਾਡੇ ਸਾਹਮਣੇ ਇੱਕ ਕੌਮ ਗੁਲਾਮ ਹੋਵੇ ਤੇ ਉਹ ਸਾਡੇ ਸਾਹਮਣੇ ਕਵੇ ਇਹ ਗੱਲਾਂ। ਹੌਲੀ ਹੌਲੀ ਜਿਹੜੀ ਧਿਰ ਸੀ, ਹਕੂਮਤੀ ਧਿਰ, ਉਹ ਕਾਂਗਰਸ ਸੀ, ਉਹ ਆਰੀਆ ਸਮਾਜੀ ਸੀ, ਉਹ RSS ਸੀ। ਉਹਨਾਂ ਦੇ ਦਿਮਾਗ ਵਿੱਚ ਇੱਕ ਗੱਲ ਪੈ ਗਈ ਕਿ ਜਿਹੜੇ ਅੱਜ ਗੁਲਾਮ ਨੇ ਕੱਲ ਨੂੰ ਆਜ਼ਾਦ ਹੋ ਕੇ ਕੀ ਕਰਨਗੇ। ਸਿੱਖਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋਈਆਂ। ਪੰਜਾਬ ਜਿਹੜਾ ਸੀ ਉਹ ਵੰਡ ਕੇ 3 ਹਿੱਸੇ ਕਰ ਦਿੱਤਾ ਗਿਆ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਪੰਜਾਬ। ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਚੱਲਾਂ, 79% ਪੰਜਾਬ ਜਿਹੜਾ ਸੀ ਉਹ ਪਾਕਿਸਤਾਨ ਨੂੰ ਦੇ ਦਿੱਤਾ, 29% ਸਾਡੇ ਕੋਲ ਸੀ ਇੰਡੀਆ ਵਿੱਚ, ਉਹਦੇ ਵੀ 3 ਟੋਟੇ ਕਰ ਦਿੱਤੇ ਗਏ, ਇੱਕ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਛੋਟਾ ਜਿਹਾ ਪੰਜਾਬੀ ਸੂਬਾ ਰਹਿਣ ਦਿੱਤਾ। ਕਾਰਨ ਕਿ ਕਿਤੇ ਇਹ ਵੱਡੀ ਸਟੇਟ ਸਾਡੇ ਵਾਸਤੇ ਮੁਸ਼ਕਿਲ ਨਾ ਬਣ ਜਾਵੇ। ਇਸ ਵੇਲੇ ਭਾਰਤ ਵਿੱਚ ਸਭ ਤੋਂ ਵੱਡੀ ਸਟੇਟ ਯੂਪੀ ਹੈ MPs ਦੇ ਤੌਰ ਤੇ। ਖੈਰ, ਫਿਰ ਉਸ ਤੋਂ ਗੱਲ ਸ਼ੁਰੂ ਹੋਈ ਕਿ ਪੰਜਾਬ ਦੇ ਵਿੱਚ ਪਖੰਡੀ ਬਾਬਿਆਂ ਦਾ ਇੱਕ ਬੜਾ ਵੱਡਾ ਜਾਲ ਵਿਛਾ ਦਿੱਤਾ ਗਿਆ ਸਰਕਾਰੀ ਸਰਪ੍ਰਸਤੀ ਹੇਠ ਕਿ ਸਿੱਖਾਂ ਨੂੰ ਵੱਖ-ਵੱਖ ਜਗ੍ਹਾ ਤੇ ਵੰਡ ਦਿਓ, ਫਿਰ ਇਹਨਾਂ ਨੂੰ ਜਾਤ ਪਾਤ ਦੇ ਨਾਂ ਤੇ ਵੰਡ ਦਿਓ। ਹੌਲੀ ਹੌਲੀ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਹੱਕਾਂ ਦੀ, ਪਾਣੀਆਂ ਦੀ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਪੰਜਾਬੀ ਬੋਲੀ ਦੀ ਗੱਲ ਚੱਲੀ ਤਾਂ ਕੇਂਦਰ ਵਿੱਚ ਬੈਠੀ ਹੋਈ ਇੰਦਰਾ ਗਾਂਧੀ ਨੇ ਇਸ ਨੂੰ ਰਾਜਨੀਤਿਕ ਮੌਕਾ ਸਮਝਦਿਆਂ ਹੋਇਆਂ ਸਿੱਖਾਂ ਨੂੰ ਅੱਤਵਾਦੀ ਗਰਦਾਨਣਾ ਸ਼ੁਰੂ ਕਰ ਦਿੱਤਾ। ਜਿਹੜੇ ਉਦੋਂ ਮੇਰੀ ਉਮਰ ਦੇ ਨੇ 50 ਕੁ ਸਾਲ ਦੇ ਅੰਦਰ, ਉਹਨਾਂ ਨੂੰ ਪਤਾ ਹੈ ਕਿਵੇਂ ਅੱਤਵਾਦੀ, ਵੱਖਵਾਦੀ ਸਿੱਖਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਉਦੋਂ ਨਹੀਂ ਸਨ, ਆ ਪਿਛਲੇ ਸਾਲ ਦੀ ਘਟਨਾ ਦੇਖ ਲਓ। ਕਿਸਾਨੀ ਅੰਦੋਲਨ ਵਿੱਚ ਇੱਕ ਵੀ ਸਿੱਖ ਜਥੇਬੰਦੀ ਨਹੀਂ ਸੀ ਕਹਿੰਦੀ ਅਸੀਂ ਖਾਲਿਸਤਾਨ ਲੈਣਾ, ਉਹ ਕਹਿੰਦੇ ਸਨ ਕਿਸਾਨੀ ਅੰਦੋਲਨ ਹੈ। ਉਹਨਾਂ ਸਾਰਿਆਂ ਨੂੰ ਇਹਨਾਂ ਨੇ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ। 1984 ਦੇ ਵਿੱਚ ਇੰਦਰਾ ਗਾਂਧੀ ਪੂਰੀ ਕੌਮ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਉਹਦੇ ਪਿੱਛੇ ਕਈ ਰੀਜ਼ਨ ਨੇ। ਇੱਕ ਤਾਂ ਰੀਜ਼ਨ ਸੀ ਕਿ ਸਿੱਖਾਂ ਨੇ ਇਕੱਠੇ ਹੋਣਾ ਸ਼੍ਰੀ ਦਰਬਾਰ ਸਾਹਿਬ, ਇਹਨਾਂ ਦਾ ਇੱਕ ਵੱਡਾ ਸਮੂਹ ਕਤਲ ਕਰ ਦਿਓ ਤੇ ਉਸ ਤੋਂ ਬਾਅਦ ਇਹ ਕੌਮ
ਇੰਨੀ ਨਿਮਾਨਤਾ ਵਿੱਚ ਚਲੇ ਜਾਵੇਗੀ ਕਿ ਕਦੇ ਵੀ ਨਹੀਂ ਕਵੇਗੀ ਇੱਕ ਰਾਜ ਕਰੇਗਾ ਖਾਲਸਾ, ਕਦੇ ਵੀ ਨਹੀਂ ਕਵੇਗੀ ਸਾਡਾ ਇਤਿਹਾਸ ਵੱਡਾ ਆ। ਇੱਕ ਦਰਬਾਰ ਸਾਹਿਬ ਢਾ ਦਿਆਂਗੇ, ਇੱਕ ਸਿੱਖਾਂ ਨੂੰ ਕਤਲ ਕਰ ਦਿਆਂਗੇ, ਤੇ ਇੱਕ ਜਿਹੜਾ ਉਹਦੇ ਮਨ ਵਿੱਚ ਸੀ ਇੱਕ ਹਵਾ ਖੜਾ ਕਰ ਦਿੱਤਾ ਪੂਰੇ ਭਾਰਤ ਵਿੱਚ ਕਿ ਸਿੱਖ ਭਾਰਤ ਦੀ ਅਮਨ ਸ਼ਾਂਤੀ ਲਈ ਖਤਰਾ ਨੇ। ਮੁਸ਼ਕਿਲ ਇਹ ਹੈ ਕਿ ਸਿੱਖ ਜਿਹੜੇ ਪੜ੍ਹੇ ਲਿਖੇ ਨੇ, ਸਮਝਦਾਰ ਨੇ, ਉਹ ਇਸ ਗੱਲ ਦਾ ਜਵਾਬ ਤਰਕਣਾ ਨਹੀਂ ਦਿੰਦੇ ਕਿ ਸਿੱਖਾਂ ਦੀ 20-30% ਜਿਹੜੀ ਆਬਾਦੀ ਨੌਜਵਾਨੀ ਉਹ ਤੇ ਬਾਰਡਰਾਂ ਤੇ ਬੈਠੀ ਹੋਈ ਹੈ। ਸਿੱਖ ਡਾਕਟਰ, ਇੰਜੀਨੀਅਰ ਤੇ ਸਿੱਖ ਤਾਂ ਪੂਰੇ ਭਾਰਤ ਨੂੰ ਜਿਹੜੇ ਨੇ ਉਹ ਸਰਵਾਈਵ ਕਰਾਣੇ। ਸਭ ਤੋਂ ਵੱਧ ਜਿਹੜਾ ਟੈਕਸ ਹੈ ਪੰਜਾਬ ਭਰਦਾ ਅੱਜ ਵੀ। ਪੰਜਾਬ ਦਾ ਟੈਕਸ ਕੇਂਦਰ ਇਕੱਠਾ ਕਰਕੇ ਦੂਜੀ ਸਟੇਟਾਂ ਨੂੰ ਦੇ ਰਿਹਾ, ਤੇ ਉਹ ਸਿੱਖ ਜਿਹੜੇ ਟੈਕਸ ਦਿੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਭਾਰਤ ਦੀ ਅਮਨ ਸ਼ਾਂਤੀ ਲਈ ਖਤਰਾ ਨੇ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਜਿੱਤ ਸਕੇ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਢਾ ਦਿੱਤਾ ਗਿਆ। ਉਸ ਤੋਂ ਬਾਅਦ ਪੂਰੀ ਕੌਮ ਦੇ ਵਿੱਚ ਇੱਕ ਰੋਸ ਸੀ। ਮੈਂ ਇਹਦਾ ਕੰਪੈਰੀਜ਼ਨ ਕਰਦਾ, ਗੁਜਰਾਤ ਦੇ ਇੱਕ ਮੰਦਿਰ ਦੇ ਵਿੱਚ ਕੁਝ ਅੱਤਵਾਦੀ ਆ ਵੜੇ। ਗੁਜਰਾਤ ਮੋਦੀ ਦਾ ਇਲਾਕਾ ਹੈ। ਉੱਥੇ ਉਸ ਮੰਦਿਰ ਦੇ ਵਿੱਚ 4 ਅੱਤਵਾਦੀ ਸਨ। 3 ਦਿਨ ਪੁਲਿਸ ਨੇ ਘੇਰਾ ਪਾ ਕੇ ਰੱਖਿਆ, ਇੱਕ ਵੀ ਗੋਲੀ ਨਹੀਂ ਚਲਾਈ। ਉਹਨਾਂ ਨੂੰ ਉਸੇ ਤਰ੍ਹਾਂ ਫੜ ਕੇ ਲੈ ਗਈ, ਜੇ ਕਿਸੇ ਨੂੰ ਚੇਤੇ ਹੋਵੇ ਘਟਨਾ ਦੀ। ਜੇ ਦਰਬਾਰ ਸਾਹਿਬ ਦੇ ਵਿੱਚ ਭਾਰਤ ਸਰਕਾਰ ਦੇ ਕਹਿਣ ਦੇ ਮੁਤਾਬਕ ਅੱਤਵਾਦੀ ਸਨ, ਵੱਖਵਾਦੀ ਸਨ, ਮੰਨ ਵੀ ਲਿਆ ਜਾਵੇ ਤਾਂ ਭਾਰਤ ਸਰਕਾਰ ਦੀ ਫੌਜ ਘੇਰਾ ਪਾ ਕੇ ਰੱਖ ਸਕਦੀ ਸੀ ਕੁਝ ਦਿਨ, ਕੁਝ ਮਹੀਨੇ, ਤਾਂ ਕਿ ਅੰਦਰਲੇ ਸਿੱਖਾਂ ਨੂੰ ਫੜ ਕੇ ਗ੍ਰਿਫਤਾਰ ਕਰ ਲਓ। ਪਰ ਮਸਲਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਸੀ। ਸਿੱਖ ਕਦੇ ਵੀ ਨਹੀਂ ਸਨ ਚਾਹੁੰਦੇ ਵੱਖਰਾ ਹੋਣਾ। ਬਹੁ ਗਿਣਤੀ ਸਿੱਖਾਂ ਦੀ ਅੱਜ ਵੀ ਨਹੀਂ ਚਾਹੁੰਦੀ। ਪਰ ਬਾਰ-ਬਾਰ ਕੇਂਦਰ ਵੱਲੋਂ, ਬਾਰ-ਬਾਰ ਰਾਜਸੀ ਪਾਰਟੀਆਂ ਵੱਲੋਂ, ਬਾਰ-ਬਾਰ ਹਿੰਦੂਤਵੀ ਤਾਕਤਾਂ ਵੱਲੋਂ ਇਹ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਗੁਲਾਮ ਹੋ। ਹੁਣ ਇਹ ਗੱਲ ਜਦੋਂ ਅਕਾਲ ਤਖਤ ਸਾਹਿਬ ਢੱਠਾ ਸਿੱਖਾਂ ਨੇ ਦੇਖਿਆ, ਜਦੋਂ ਉੱਥੇ ਫੌਜੀਆਂ ਨੂੰ ਲੱਡੂ ਬਰਫੀਆਂ ਵੰਡਦਿਆਂ ਦੇਖਿਆ ਤੇ ਸਿੱਖਾਂ ਦੀ ਬੇਇੱਜ਼ਤੀ ਰੋਜ਼ ਕਰਦਿਆਂ ਦੇਖਿਆ, ਸਿੱਖਾਂ ਦਾ ਖੂਨ ਜਿਹੜਾ ਸੀ ਉਹ ਖੌਲ ਉੱਠਿਆ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਪੰਜਾਬ ਦੇ ਸਿੱਖ ਨੌਜਵਾਨ ਸ਼ਸਤਰਬੱਧ ਹੋ ਕੇ ਆਪਣੇ ਰਾਜ ਲਈ ਜੂਝਣ ਲੱਗੇ। ਇੱਕ ਪੱਖ ਸੀ। ਦਿੱਲੀ ਤੋਂ ਇੰਦਰਾ ਗਾਂਧੀ ਦੇ 2 ਬਾਡੀਗਾਰਡ ਨੇ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ। ਭਾਈ ਬੇਅੰਤ ਸਿੰਘ ਦਾ ਰਿਸ਼ਤੇਦਾਰ ਹੈ ਭਾਈ ਕੇਰ ਸਿੰਘ, ਔਰ ਜਿੱਥੋਂ ਤੱਕ ਮੈਨੂੰ ਪਤਾ ਭਾਈ ਕੇਰ ਸਿੰਘ ਰਾਮਗੜੀਆ ਬਰਾਦਰੀ ਦੇ ਵਿੱਚੋਂ ਸੀ, ਜਿੰਨੀ ਕੁ ਮੇਰੀ ਜਾਣਕਾਰੀ ਹੈ। ਉਹ ਸ਼੍ਰੀ ਹਰਮੰਦਰ ਸਾਹਿਬ ਆਉਂਦਾ, ਸਾਰੇ ਹਾਲ ਨੂੰ ਦੇਖਦਾ ਤੇ ਭਾਈ ਬੇਅੰਤ ਸਿੰਘ ਨੂੰ ਕਹਿੰਦਾ ਵੀ ਇਹ ਬਹੁਤ ਮਾੜਾ ਕੀਤਾ ਇੰਦਰਾ ਗਾਂਧੀ ਨੇ। ਇਹ ਬੇਅੰਤ ਸਿੰਘ ਵੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਦਾ ਢੱਠੇ ਹੋਏ ਦੇ, ਇਹਦਾ ਵੀ ਖੂਨ ਖੌਲ ਉੱਠਦਾ। ਇਹ ਆਪਣੇ ਨਾਲ ਭਾਈ ਸਤਵੰਤ ਸਿੰਘ ਨੂੰ ਮਿਲਾਉਂਦਾ। ਦੋਵੇਂ ਗੱਲਬਾਤ ਕਰਦੇ ਨੇ ਕਿ ਇਹ ਜਦੋਂ ਹਥਿਆਰ ਹੀ ਚੁੱਕ ਲਏ ਦੁਸ਼ਮਣ, ਇਸ ਦੇਸ਼ 'ਚ ਵੀ ਕਹਿੰਦੇ ਨੇ ਸੈਲਫ ਡਿਫੈਂਸ ਵਾਸਤੇ ਤੁਸੀਂ ਆਪਣੀ ਰੱਖਿਆ ਕਰ ਸਕਦੇ ਆ। ਜਦੋਂ ਕੋਈ ਤੁਹਾਡੇ ਘਰ ਤੇ ਆਣ ਕੇ ਹਮਲਾ ਕਰ ਦੇਵੇ, ਫਿਰ ਉਹਦਾ ਜਵਾਬ ਕੀ? ਇਹਨਾਂ ਦੋਵਾਂ ਸਿੰਘਾਂ ਨੇ ਪਲਾਨ ਕਰਕੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਮੌਤ ਹੋਈ। ਇਹ ਜੇ ਇੰਜ ਕਹਿ ਲਓ ਕਿ ਇੱਕ ਐਕਸ਼ਨ ਦਾ ਰਿਐਕਸ਼ਨ ਸੀ। ਭਾਰਤ ਦੀ ਪ੍ਰਧਾਨ ਮੰਤਰੀ ਦਾ ਮਰਨਾ ਕੋਈ ਛੋਟੀ ਗੱਲ ਨਹੀਂ ਸੀ। ਉਸ ਵੇਲੇ ਹੋਇਆ ਕੀ? ਜਿਹੜੀਆਂ ਗੁਪਤ ਰਿਪੋਰਟਾਂ ਇਹ ਗੱਲ ਕਹਿ ਰਹੀਆਂ ਨੇ, ਜਿਹਦੀ ਗੱਲ ਸਿੱਖਾਂ ਵਿੱਚ ਨਹੀਂ ਹੁੰਦੀ, ਕਿ ਜੇ ਇੰਦਰਾ ਗਾਂਧੀ ਨੂੰ ਨਾ ਉਸ ਵੇਲੇ ਮਾਰਿਆ ਜਾਂਦਾ ਤਾਂ ਇੱਕ ਪਲਾਨ ਸੀ ਕਿ ਪਾਕਿਸਤਾਨ ਨਾਲ ਜੰਗ ਲਾ ਕੇ ਪੰਜਾਬ ਨੂੰ ਬਰਬਾਦ ਕਰ ਦਿਓ, ਆਪੇ ਬੰਬ ਸੁੱਟ ਕੇ ਪੰਜਾਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਖਾਸ ਜਿਹੜੇ ਇਲਾਕੇ ਨੇ ਖਤਮ ਕਰ ਦਿਓ, ਕਹਿ ਦਿਓ ਪਾਕਿਸਤਾਨ ਨੇ ਖਤਮ ਕੀਤੇ ਨੇ। ਇਹ ਪਾਲਿਸੀ ਸੀ ਉਸ ਸਮੇਂ ਦੀ। ਜਿੰਨਾ ਪੜ੍ਹਨਾ ਹੋਵੇ ਕੁਝ ਰਿਪੋਰਟਸ ਪੜ੍ਹ ਸਕਦੇ ਹੋ। ਇੰਦਰਾ ਗਾਂਧੀ ਦੇ ਮਰਨ ਤੋਂ ਇਹ ਨਾਲ ਤਿਆਰੀ ਸੀ ਕਿ ਜਿਹੜੇ ਪੰਜਾਬ ਤੋਂ ਬੈਠੇ ਬਾਹਰ ਸਿੱਖ ਨੇ ਉਹਨਾਂ ਦੀ ਕਤਲੇਆਮ ਕੀਤੀ ਜਾਵੇ। ਪਰ ਇੰਦਰਾ ਗਾਂਧੀ ਦੇ ਮਰਨ ਦੇ ਨਾਲ ਉਸੇ ਹੀ ਸ਼ਾਮ ਇਹ ਗੱਲ ਦਾ ਪਲਾਨ ਰਚਿਆ ਗਿਆ ਏਜੰਸੀਆਂ ਵੱਲੋਂ ਕਿ ਕਿਵੇਂ ਨਾ ਕਿਵੇਂ ਇਹ ਇੰਦਰਾ ਗਾਂਧੀ ਦੀ ਮੌਤ ਨੂੰ ਕੈਸ਼ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਵੇ। ਨਸਲਕੁਸ਼ੀ ਦਾ ਭਾਵ ਹੁੰਦਾ ਹੈ ਵੀ ਇੱਕ ਜਨਰੇਸ਼ਨ ਨੂੰ ਖਤਮ ਕਰ ਦੇਣਾ, ਜੈਨੋਸਾਈਡ। ਪਲਾਨ ਕੀਤਾ ਗਿਆ। ਰਾਜੀਵ ਗਾਂਧੀ ਉਸੇ ਵੇਲੇ ਪ੍ਰਧਾਨ ਮੰਤਰੀ ਬਣਿਆ। ਉਸੇ ਸ਼ਾਮ ਨੂੰ ਹੀ ਇਹ ਹੁਕਮ ਜਾਰੀ ਹੋ ਗਏ
ਵੀ ਜਿਹੜਾ ਵੀ ਤੁਹਾਨੂੰ ਕਿਤੇ ਦਿੱਲੀ ਵਿੱਚ, ਕਾਨਪੁਰ ਵਿੱਚ, ਨਾਗਪੁਰ ਵਿੱਚ, ਇੱਥੋਂ ਤੱਕ ਇੰਦੌਰ ਵਿੱਚ ਮੇਰੇ ਰਿਸ਼ਤੇਦਾਰ ਨੇ, ਇੱਥੋਂ ਤੱਕ ਕਿ ਯੂਪੀ ਦੇ ਵਿੱਚ, ਹਰਿਆਣੇ ਵਿੱਚ, ਜਿੱਥੇ ਵੀ ਸਿੱਖ ਵਸਦੇ ਨੇ ਉਹਨਾਂ ਦੀਆਂ ਲਿਸਟਾਂ ਕੱਢ ਕੇ ਲਿਆਓ। ਹੁਣ ਇੱਕ ਦਿਨ ਤਾਂ ਕੰਮ ਨਹੀਂ, ਇਹਦਾ ਮਤਲਬ ਪਲੈਨਿੰਗ ਪਹਿਲੋਂ ਹੋਈ ਸੀ। ਲਿਸਟਾਂ ਕੱਢ ਲਈਆਂ ਗਈਆਂ। ਲੋਕਲ ਕੌਂਸਲਰ, MLA, MP ਨੂੰ ਕਹਿ ਦਿੱਤਾ ਵੀ ਜਿਹਦੇ ਇਲਾਕੇ ਵਿੱਚ ਵੱਧ ਸਿੱਖਾਂ ਦਾ ਕਤਲ ਹੋਵੇਗਾ ਉਸ ਨੂੰ ਵੱਧ ਤਰੱਕੀ ਦਿੱਤੀ ਜਾਵੇਗੀ, ਔਰ ਮਿਲੀ ਵੀ ਹੈ। ਕਿਉਂਕਿ ਮੈਂ ਬਤੌਰ ਸਿੱਖ ਪ੍ਰਚਾਰਕ ਮੈਂ ਸਿੱਖਾਂ ਦੀ ਗੱਲ ਕਰਨੀ ਹੈ, ਜਿਹੜੀ ਸਿੱਖਾਂ ਨਾਲ ਜ਼ਿਆਦਤੀ ਹੋਈ ਹੈ। ਦਿੱਲੀ ਦੇ ਵਿੱਚ ਸਿੱਖਾਂ ਦੀ ਕਤਲੇਆਮ ਸ਼ੁਰੂ ਹੁੰਦੀ ਹੈ ਜਦੋਂ ਇੰਦਰਾ ਗਾਂਧੀ ਨੂੰ ਦੇਖਣ ਵਾਸਤੇ ਇੱਕ ਕਾਂਗਰਸੀ ਸਿੱਖ ਜਾਂਦਾ ਹੈ ਵੀ ਸਾਡੀ ਜਿਹੜੀ ਪ੍ਰਧਾਨ ਮੰਤਰੀ ਹੈ ਉਹ ਮਰ ਗਈ ਹੈ ਤੇ ਮੈਂ ਉਹਦੇ ਅੰਤਮ ਦਰਸ਼ਨ ਕਰਾਵਾਂ। ਉਹ ਜਦੋਂ ਜਾਂਦਾ ਹੈ ਉਸ ਨੂੰ ਉੱਥੋਂ ਦੀ ਭੀੜ ਫੜ ਕੇ ਕਤਲ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਹਰ ਇਲਾਕੇ ਵਿੱਚ ਜਿਹੜੀ ਹੈ ਸਿੱਖਾਂ ਦੀ ਕਤਲੇਆਮ ਸ਼ੁਰੂ ਹੋ ਜਾਂਦੀ ਹੈ। ਭਾਰਤ ਸਰਕਾਰ ਨੇ ਇੱਕ ਸਰਕੂਲਰ ਜਾਰੀ ਕੀਤਾ ਤੇ ਅਸੀਂ ਸਿੱਖ ਅੱਜ ਤੱਕ ਕਹਿੰਦੇ ਆ 1984 ਸਿੱਖ ਦੰਗੇ ਹੁੰਦੇ ਆ, ਲੜਾਈ ਜਿੱਥੇ ਦੋ ਧਿਰਾਂ ਇਕੱਠੀਆਂ ਹੋਣ, 20 ਬੰਦੇ ਉਧਰੋਂ 20 ਉਧਰੋਂ, ਦੋਵੇਂ ਲੜਨ ਤੇ ਉਹਨੂੰ ਕਿਹਾ ਜਾਂਦਾ ਦੰਗੇ, ਲੜਾਈ ਹੋ ਗਈ। ਪਰ ਤੁਸੀਂ ਸੋਚਣਾ, ਇਲਾਕੇ ਦੇ ਸਿੱਖਾਂ ਨੂੰ ਕਰਫਿਊ ਲਾ ਕੇ ਘਰਾਂ ਵਿੱਚ ਡੱਕ ਕੇ ਭੀੜ ਇਕੱਠੀ ਹੋ ਕੇ ਆਉਂਦੀ ਹੈ, ਮਰਦਾਂ ਨੂੰ ਬਾਹਰ ਕੱਢਦੀ ਹੈ, ਉਹਨਾਂ ਨੂੰ ਸਰੀਏ ਮਾਰ ਕੇ, ਸੀਖਾਂ ਮਾਰ ਕੇ, ਅੱਧ ਮੋਇਆ ਕਰਕੇ ਉਹਨਾਂ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ, ਟਾਇਰ ਪਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਛੋਟੇ ਬੱਚੇ ਵੀ ਨਹੀਂ ਬਖਸ਼ੇ ਗਏ ਕਿ ਇਹ ਕੱਲ ਨੂੰ ਵੱਡੇ ਹੋ ਕੇ ਸਾਡੇ ਕੋਲ ਬਦਲਾ ਲੈਣਗੇ। ਦਿੱਲੀ ਦੇ ਬਹੁਤ ਸਾਰੇ ਇਲਾਕੇ ਐਸੇ ਸਨ ਜਿੱਥੇ ਸਿੱਖਾਂ ਨੂੰ ਸਮੂਹਿਕ ਤੌਰ ਤੇ ਕਤਲ ਕੀਤਾ ਗਿਆ। ਘਰ ਵਿੱਚੋਂ ਕੱਢ ਕੇ ਜਿੰਨੇ ਵੀ ਨੌਜਵਾਨ ਬੱਚੇ ਸਨ, ਪਹਿਲੋਂ ਉਹਨਾਂ ਨੂੰ ਲੱਠਾਂ ਨਾਲ, ਸੋਟੀਆਂ ਨਾਲ, ਡਾਂਗਾਂ ਨਾਲ ਅੱਧ ਮੋਇਆ ਕਰਕੇ ਉਸ ਦੇ ਉੱਪਰ, ਉਹਨਾਂ ਦੇ ਉੱਪਰ ਮਿੱਟੀ ਦਾ ਤੇਲ, ਬਲਦਾ ਟਾਇਰ ਗਲ 'ਚ ਪਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਕੁਝ ਸਿੱਖ ਗੁਰਦੁਆਰਾ ਸਾਹਿਬਾਨ ਵਿੱਚ ਇਕੱਠੇ ਹੁੰਦੇ ਨੇ, ਗੁਰਦੁਆਰਾ ਸਾਹਿਬ ਨੂੰ ਅੱਗਾਂ ਲਾਈਆਂ ਜਾਂਦੀਆਂ ਨੇ। ਫਿਰ ਟ੍ਰੇਨ ਦੇ ਵਿੱਚ, ਜਿਹੜੀ ਦਿੱਲੀ ਟ੍ਰੇਨਾਂ ਆਉਂਦੀਆਂ ਜਾਂਦੀਆਂ ਨੇ, ਉਹਦੇ ਵਿੱਚੋਂ ਸਿੱਖ ਫੌਜੀਆਂ ਨੂੰ ਕੱਢ ਕੇ ਕਤਲ ਕੀਤਾ ਜਾਂਦਾ ਹੈ। ਇਹ ਨਹੀਂ ਦੇਖਿਆ ਜਾਂਦਾ ਵੀ ਇਹ ਫੌਜੀ ਦੇਸ਼ ਦੀ ਰੱਖਿਆ ਕਰਦਾ ਹੈ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖ ਡਰਾਈਵਰ ਜਿਹੜੇ ਟਰੱਕ ਚਲਾਉਂਦੇ ਸਨ, ਬੱਸਾਂ ਚਲਾਉਂਦੇ ਸਨ, ਟੈਕਸੀਆਂ ਚਲਾਉਂਦੇ ਸਨ, ਉਹਨਾਂ ਦੀ ਸਾਰੀ ਪ੍ਰਾਪਰਟੀ ਸਾੜ ਕੇ ਉਹਨਾਂ ਨੂੰ ਵਿੱਚੇ ਹੀ ਸਾੜ ਦਿੱਤਾ ਜਾਂਦਾ ਹੈ। ਸਿੱਖ ਫੈਕਟਰੀਆਂ ਨੂੰ ਸਾੜ ਦਿੱਤਾ ਜਾਂਦਾ ਹੈ। ਤੇ ਫਿਰ ਗੱਲ ਇੱਥੇ ਖਤਮ ਨਹੀਂ ਹੋਈ, ਸਿੱਖਾਂ ਦੀਆਂ ਬੀਬੀਆਂ ਦਾ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ। ਤੁਸੀਂ ਜੇ ਪੜ੍ਹਨੀ ਹੋਵੇ ਤਾਂ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਨੇ ਇਸ ਵੇਲੇ। ਕਿਉਂ ਕੀਤੋ ਵੇਸਾ ਇੱਕ ਬਹੁਤ ਵਧੀਆ ਕਿਤਾਬ ਆ, 1984 ਤੋਂ ਫੌਰਨ ਬਾਅਦ ਵਿੱਚ ਲਿਖੀ ਗਈ। ਇੱਕ ਸਿੱਖ ਦੀ, ਮੈਨੂੰ ਰਾਈਟਰ ਦਾ ਨਾਂ ਚੇਤੇ ਆ ਜਾਏ। ਇਹੋ ਜਿਹੀਆਂ ਕਿਤਾਬਾਂ ਪੜ੍ਹ ਕੇ ਤੁਹਾਨੂੰ ਸਿੱਖਾਂ ਦੇ ਪੱਖ ਦਾ ਪਤਾ ਲੱਗਦਾ ਹੈ। 3 ਦਿਨ ਦਿੱਲੀ ਦੇ ਵਿੱਚ ਕਤਲੇਆਮ ਹੁੰਦੀ ਰਹਿੰਦੀ ਹੈ। ਜਿਹੜੇ ਉਦੋਂ ਬਚੇ ਉਹਨਾਂ ਦੇ ਵਿੱਚੋਂ ਕੁਝ ਅਜੇ ਤੱਕ ਕੇਸ ਲੜ ਰਹੇ ਨੇ। ਕਹਿੰਦੇ ਨੇ ਸੱਜਣ ਕੁਮਾਰ, HKL ਭਗਤ, ਜਗਦੀਸ਼ ਟਾਈਟਲਰ ਤੇ ਹੋਰ ਲਲਿਤ ਕੁਮਾਰ, ਲਲਿਤ ਮਾਕਣ, ਇਹੋ ਜਿਹੇ ਜਿਹੜੇ ਕਾਂਗਰਸੀ ਲੀਡਰ ਸਨ, ਇਹ ਭੀੜਾਂ ਇਕੱਠੀਆਂ ਕਰਕੇ ਲਿਆਉਂਦੇ ਨੇ। ਉਹਨਾਂ ਨੂੰ ਮਿੱਟੀ ਦਾ ਤੇਲ, ਟਾਇਰ ਤੇ ਹੋਰ ਹਥਿਆਰ ਦਿੰਦੇ ਨੇ ਕਿ ਸਿੱਖਾਂ ਦੀ ਕਤਲੇਆਮ ਕਰੋ, ਅਸੀਂ ਤੁਹਾਨੂੰ ਦੌਲਤ ਦਿਆਂਗੇ। ਕੁਝ ਸਿੱਖਾਂ ਦੇ ਕੋਲ ਹਥਿਆਰ ਸਨ, ਜਿਸ ਤਰ੍ਹਾਂ ਲਾਇਸੈਂਸੀ ਬੰਦੂਕ, ਰਿਵਾਲਵਰ ਸਨ। ਇਲਾਕੇ ਦੀ ਪੁਲਿਸ ਜਾ ਕੇ ਪਹਿਲੋਂ ਉਹਨਾਂ ਦੇ ਘਰ ਅੱਗੇ 2 ਬੰਦਿਆਂ ਦਾ ਪਹਿਰਾ ਦਿੰਦੀ ਹੈ ਵੀ ਹਥਿਆਰ ਤੁਸੀਂ ਜਮ੍ਹਾਂ ਕਰਾ ਦਿਓ, ਅਸੀਂ ਤੁਹਾਡੀ ਰਾਖੀ ਕਰਾਂਗੇ। ਜਿਉਂ ਹੀ ਉਹ ਹਥਿਆਰ ਦੇ ਦਿੰਦੇ ਨੇ, ਪੁਲਿਸ ਚਲੀ ਜਾਂਦੀ ਹੈ, ਭੀੜ ਹਮਲਾ ਕਰਕੇ ਘਰ ਦੇ ਜੀਆਂ ਦਾ ਕਤਲ ਕਰ ਦਿੰਦੀ ਹੈ। ਜੇ ਦਿੱਲੀ ਦੇ ਵਿੱਚ ਅਸੀਂ ਅਨਆਫੀਸ਼ੀਅਲੀ ਸਿੱਖ ਬਿਲੀਵ ਕਰੀਏ ਤੇ ਤਕਰੀਬਨ 15 ਤੋਂ 20 ਹਜ਼ਾਰ ਸਿੱਖਾਂ ਦਾ ਕਤਲ ਕੀਤਾ ਗਿਆ ਇਕੱਲੇ ਦਿੱਲੀ ਦੇ ਵਿੱਚ। ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਥੱਲੇ, ਪੁਲਿਸ ਦੀ ਸਰਪ੍ਰਸਤੀ ਥੱਲੇ, ਕਾਨੂੰਨ ਦੀ ਸਰਪ੍ਰਸਤੀ ਥੱਲੇ, ਇੱਥੋਂ ਤੱਕ ਕਿ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਉਹਨਾਂ ਨੇ ਬੜੀ ਮੁਸ਼ਕਿਲ ਆਪਣੀ ਜਾਨ ਬਚਾਈ, ਪੁਲਿਸ ਉਹਨਾਂ ਦੀ ਵੀ ਮਦਦ ਨਹੀਂ ਸੀ ਕਰਦੀ। ਤੇ ਹਾਲਾਤ ਇਹ ਸਨ, ਗਿਆਨੀ ਜੈਲ ਸਿੰਘ ਵੀ ਜਦੋਂ ਇੰਦਰਾ ਗਾਂਧੀ ਨੂੰ ਦੇਖਣ ਜਾਂਦੇ ਨੇ, ਆਪਣੀ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਆਉਂਦੇ ਨੇ। 1984
ਨਵੰਬਰ ਦੇ 3 ਦਿਨ ਦਿੱਲੀ ਦੇ ਵਿੱਚ, ਕਾਨਪੁਰ ਦੇ ਵਿੱਚ, ਨਾਗਪੁਰ ਦੇ ਵਿੱਚ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਸਿੱਖਾਂ ਦੀ ਕਤਲੇਆਮ ਇੰਨੀ ਬੁਰੀ ਤਰ੍ਹਾਂ ਹੋਈ ਕਿ ਸਿੱਖ ਅੱਜ ਤੱਕ ਵੀ ਰਿਕਾਰਡ ਨਹੀਂ ਇਕੱਠਾ ਕਰ ਸਕੇ। ਸਿੱਖ ਅਫੀਸ਼ੀਅਲ ਕਹਿੰਦੇ ਨੇ ਕਿ 15 ਤੋਂ 30 ਹਜ਼ਾਰ ਸਿੱਖਾਂ ਦੀ ਕਤਲੇਆਮ ਹੋਈ, ਹਜ਼ਾਰਾਂ ਬੱਚੀਆਂ ਦਾ ਰੇਪ ਹੋਇਆ ਔਰ ਨਿੱਕੇ ਨਿੱਕੇ ਬੱਚਿਆਂ ਦੀ ਕਤਲੇਆਮ ਹੋਈ। ਇੱਥੋਂ ਤੱਕ ਜਨੂਨ ਸੀ ਕਿ ਜਿਹੜਾ ਵੀ ਸਿੱਖ ਦੇਖਦਾ, ਮੈਂ ਬੇਨਤੀ ਕਰਾਂ, ਉਹਨਾਂ ਨੇ ਨਹੀਂ ਦੇਖਿਆ ਕਾਂਗਰਸੀ ਹੈ, ਅਕਾਲੀ ਹੈ, ਨਾਮਧਾਰੀ ਹੈ, ਇਹ ਕੌਣ ਆ, ਇਹ ਟਕਸਾਲੀ ਹੈ, ਇਹ ਮਿਸ਼ਨਰੀ ਹੈ। ਉਹਨਾਂ ਨੇ ਸਿੱਖ ਦੇਖ ਕੇ ਕਤਲੇਆਮ ਕੀਤੀ ਤੇ ਉਸ ਕਤਲੇਆਮ ਤੋਂ ਬਾਅਦ ਜਿਹੜਾ ਸੀ ਸਿੱਖਾਂ ਨੂੰ ਅੱਜ ਦੇ ਦਿਨ ਤੱਕ ਇਨਸਾਫ ਨਹੀਂ ਮਿਲਿਆ। ਅੱਜ ਬੀਜੇਪੀ ਤੇ ਸਿੱਖ ਜਿਹੜੇ ਆਗੂ ਨੇ ਲਗਾਤਾਰ ਇਹ ਕਹਿੰਦੇ ਨੇ ਕਾਂਗਰਸ ਨੇ ਕਰਵਾਇਆ। ਬਿਨਾਂ ਸ਼ੱਕ ਕਾਂਗਰਸ ਨੇ ਕਰਵਾਇਆ। ਬਿਨਾਂ ਸ਼ੱਕ ਰਾਜੀਵ ਗਾਂਧੀ ਦੀ ਇੱਕ ਲਾਈਨ ਜਿਹੜੀ ਹੈ ਸਿੱਖਾਂ ਦੀ ਕਤਲੇਆਮ ਦਾ ਕਾਰਨ ਬਣਦੀ ਹੈ। ਉਹ ਕਹਿੰਦਾ ਜਬ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਉਹ ਧਰਤੀ ਹਿਲਾਉਣ ਵਾਸਤੇ ਸਿੱਖਾਂ ਦੀ ਕਤਲੇਆਮ ਹੋਈ। ਪਰ ਜੇ ਕਿਤੇ ਤੁਹਾਨੂੰ ਮੌਕਾ ਲੱਗੇ ਸੰਤ ਸਿਪਾਹੀ ਉਹਨਾਂ ਮਹੀਨਿਆਂ ਦਾ ਪੜ੍ਹਨ ਦਾ, ਨਵੰਬਰ, ਦਸੰਬਰ, ਜਨਵਰੀ 1984 ਦਾ, ਤੇ ਉਹਦੇ ਵਿੱਚ ਬੀਜੇਪੀ ਤੇ ਆਰਐਸਐਸ ਦੇ ਜਿਹੜੀਆਂ ਉਸ ਸਮੇਂ ਪੱਤਰਕਾਵਾਂ ਨਿਕਲਦੀਆਂ ਨੇ, ਉਹਨਾਂ ਵਿੱਚ ਕਿਹਾ ਗਿਆ ਕਿ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਉਹ ਗੁਲਾਮ ਨੇ ਤੇ ਜੋ ਉਹਨਾਂ ਨੇ ਕੀਤਾ ਹੈ ਉਹ ਸਹੀ ਹੋ ਰਿਹਾ ਹੈ। ਉਹ ਲਿਖਦਾ ਉਹਨਾਂ ਦਾ ਤ੍ਰਿਵੇਦੀ, ਇੱਕ ਉਸ ਸਮੇਂ ਦਾ ਰਾਈਟਰ ਐਡੀਟਰ ਸੀ। ਉਹ ਕਹਿੰਦਾ ਕਈ ਜਗ੍ਹਾ ਤੇ ਸੁਣਿਆ ਕਿ ਸਿੱਖਾਂ ਨੇ ਇਸ ਮੁਕਾਬਲਾ ਕੀਤਾ ਹੈ ਭੀੜ ਦਾ। ਕਹਿੰਦਾ ਮੁਕਾਬਲਾ ਨਹੀਂ ਸੀ ਕਰਨਾ ਚਾਹੀਦਾ, ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਸੀ ਕਿ ਇਹਨਾਂ ਨਾਲ ਇਹ ਕੁਝ ਹੋਣਾ ਹੈ। ਜਿੰਨਾ ਚਿਰ ਇਹ ਸੁਧਰਦੇ ਨਹੀਂ ਇਹਨਾਂ ਨਾਲ ਇਹ ਕੁਝ ਹੁੰਦਾ ਰਹੇਗਾ। ਤੇ ਸੁਧਾਰ ਕੀ ਸੀ? ਆਪਣੇ ਆਪ ਨੂੰ ਗੁਲਾਮ ਮੰਨ ਲੈਣਾ, ਆਪਣੇ ਆਪ ਨੂੰ ਹਿੰਦੂ ਮੰਨ ਲੈਣਾ, ਆਪਣੇ ਆਪ ਨੂੰ ਦੂਜੇ ਤੀਜੇ ਚੌਥੇ ਦਰਜੇ ਦੇ ਸ਼ਹਿਰੀ ਮੰਨ ਲੈਣਾ। ਕਤਲੇਆਮ ਦੇ ਬਾਅਦ ਜਦੋਂ 3 ਦਿਨ ਦੇ ਬਾਅਦ ਫੌਜ ਆਈ, ਮੈਨੂੰ ਬਹੁਤ ਸਾਰੀਆਂ ਤਸਵੀਰਾਂ ਉਹਨਾਂ ਸਾਲਾਂ ਦੇ ਵਿੱਚ ਹੀ ਦੇਖਣ ਨੂੰ ਮਿਲੀਆਂ ਸਿੱਖ ਕਤਲੇਆਮ ਦੀਆਂ। ਤੇ ਮੈਨੂੰ ਇੱਕ ਗੱਲ ਦਾ ਦੁੱਖ ਹੋਇਆ ਕਿ ਅਸੀਂ ਇਸ ਸਿੱਖ ਕਤਲੇਆਮ ਤੋਂ ਬਾਅਦ ਵੀ ਕਾਂਗਰਸੀ, ਬੀਜੇਪੀ ਵਾਲੇ, ਅਕਾਲੀ ਰਹਿ ਗਏ। ਅਸੀਂ ਉਸ ਤੋਂ ਬਾਅਦ ਵੀ ਸਿੱਖ ਨਾ ਹੋ ਸਕੇ। ਇੱਕ ਚੀਜ਼ ਦਾ ਮੈਨੂੰ ਦੁੱਖ ਹੋਇਆ। ਤੁਸੀਂ ਦੇਖੋ ਸਾਨੂੰ ਕਿਵੇਂ ਵੰਡਿਆ ਜਾਂਦਾ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦਿੱਲੀ ਦੇ ਵਿੱਚ ਕੁਝ ਸਿੱਖ ਕਹਿ ਰਹੇ ਸਨ ਚੰਗਾ ਜੱਟ ਮਰਦੇ ਪਏ ਨੇ, ਜੱਟਾਂ ਨੂੰ ਮਰਨਾ ਚਾਹੀਦਾ। ਤੇ ਜਦੋਂ 1984 ਨਵੰਬਰ ਵਿੱਚ ਸਿੱਖਾਂ ਦੀ ਕਤਲੇਆਮ ਦਿੱਲੀ ਵਿੱਚ ਹੋ ਰਹੀ ਹੈ ਤੇ ਪੰਜਾਬ ਦੇ ਲੋਕ ਕਹਿ ਰਹੇ ਨੇ ਚੰਗਾ ਭਾਪਿਆਂ ਨੂੰ ਮਰ ਜਾਣਾ ਚਾਹੀਦਾ, ਇਸ ਤਰ੍ਹਾਂ ਹੀ ਮਰਨੇ ਚਾਹੀਦੇ ਸੀ। ਸਾਨੂੰ ਇਸ ਤਰ੍ਹਾਂ ਵੰਡਿਆ ਗਿਆ। ਦੁਸ਼ਮਣ ਵਾਸਤੇ ਅਸੀਂ ਸਿੱਖ ਹਾਂ ਤੇ ਸਾਡੇ ਅੰਦਰ ਇੱਕ ਪਾ ਦਿੱਤਾ ਗਿਆ ਕਿ ਜੱਟ ਮਾੜੇ ਨੇ, ਰਾਮਗੜੀਏ ਮਾੜੇ ਨੇ, ਤਖਾਣ ਮਾੜੇ ਨੇ, ਨਾਈ ਮਾੜੇ ਨੇ, ਜਿਹੜੇ ਸਾਡੇ ਮਜਬੀ ਸਿੰਘ ਮਾੜੇ ਨੇ। ਸਾਨੂੰ ਵੰਡ ਕੇ ਦੁਸ਼ਮਣ ਨੇ ਇਸ ਤਰ੍ਹਾਂ ਲੜਾਇਆ ਤੇ ਮਰਾਇਆ। ਉਹਨਾਂ 30,000 ਸਿੱਖਾਂ ਦੀਆਂ ਲਾਸ਼ਾਂ ਦਾ ਹਿਸਾਬ ਅੱਜ ਤੱਕ ਵੀ ਸਰਕਾਰਾਂ ਨਹੀਂ ਕਰ ਸਕੀਆਂ। ਕੁਝ ਇੱਕ ਨੂੰ ਥੋੜੀ ਜਿਹੀ ਸਜ਼ਾ ਹੋਈ। 4 ਸਾਲ ਪਹਿਲੋਂ ਇੱਕ ਬੁੱਚੜ ਨੂੰ ਛੱਡਿਆ ਗਿਆ ਦਿੱਲੀ ਦੇ ਵਿੱਚ, ਜਿਹਨੇ ਸਿੱਖਾਂ ਦੇ ਬੱਚਿਆਂ ਨੂੰ, ਕਿਉਂਕਿ ਉਹ ਕਸਾਈ ਦਾ ਕੰਮ ਕਰਦਾ ਸੀ, ਉਹਨੇ ਸਿੱਖਾਂ ਦੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕੀਤੇ ਸਨ ਕਤਲ ਕਰਕੇ। ਉਹਨੂੰ ਰਹਿਮ ਦੀ ਬਿਨਾਂ ਤੇ ਛੱਡ ਦਿੱਤਾ ਗਿਆ। ਜਿਹੜਾ ਐਡਾ ਵੱਡਾ ਜ਼ਾਲਮ ਹੋਵੇ, ਸੋਚ ਸਮਝ ਕੇ ਬੱਚਿਆਂ ਦਾ ਕਤਲ ਕਰਦਾ ਹੋਵੇ, ਉਸ ਨੂੰ ਭਾਰਤ ਦੀ ਸਰਕਾਰ ਛੱਡ ਦੇਵੇ, ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ? ਕਾਂਗਰਸ ਨੇ ਕਦੇ ਵੀ ਇਸ ਦੀ ਮੁਆਫੀ ਨਾ ਮੰਗੀ। ਪਰ ਦੇਖੋ ਰਾਜਨੀਤੀ, ਜਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਧਾਨ ਮੰਤਰੀ ਬਣਦੇ ਨੇ, ਉਹ ਪਾਰਲੀਮੈਂਟ ਦੇ ਖਲੋ ਕੇ ਮਾਫੀ ਮੰਗਦੇ ਨੇ। ਕਤਲ ਵੀ ਸਿੱਖਾਂ ਦਾ ਤੇ ਮਾਫੀ ਵੀ ਸਿੱਖ ਹੀ ਮੰਗ ਰਹੇ ਨੇ। ਇਸ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ?